ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ 94 ਖਬਰਾਂ। ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ 3 ਬੱਚਿਆਂ ਨੂੰ ਫਾਹੇ ਲਗਾਉਣ ਤੋਂ ਬਾਅਦ ਕੀਤੀ ਖੁਦਕੁਸ਼ੀ। ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਖੜਕੀ। ਮਜੀਠੀਆ ਨੇ ਕਿਹਾ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਤੋਂ ਬਾਅਦ ਭਾਰਤ ਸਰਕਾਰ ਵੀ ਖੋਲ੍ਹੇ ਕਰਤਾਰਪੁਰ ਲਾਂਘਾ। ਮਨੀਸ਼ ਤਿਵਾੜੀ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਬਿੱਲ ਗੈਰ ਸੰਵਿਧਾਨਕ। ਅਤੇ ਝੋਨੇ ਦੀ ਆਮਦ ਸੰਬੰਧੀ ਗੁਰਜੀਤ ਸਿੰਘ ਔਜਲਾ ਨੇ ਭਗਤਾਂਵਾਲਾ ਦਾਣਾ ਮੰਡੀ ਦਾ ਕੀਤਾ ਦੌਰਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿੱਚ ਪਤਨੀ ਦੇ ਵਿਛੋੜੇ ਤੋਂ ਦੁਖੀ ਪਤੀ ਨੇ ਆਪਣੇ 3 ਮਾਸੂਮ ਬੱਚਿਆਂ ਨੂੰ ਫਾਹਾ ਲਗਾਉਣ ਤੋਂ ਬਾਅਦ ਆਪ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਡੀਐਸਪੀ ਫੂਲ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ। ਗਰੀਬ ਕਿਸਾਨ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਕੌਰ ਦੀ 2 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਸਮੇਂ ਉਹ ਆਪਣੇ ਬੱਚਿਆਂ ਪ੍ਰਭਜੋਤ ਸਿੰਘ, ਅਰਸ਼ ਕੌਰ ਅਤੇ ਖੁਸ਼ੀ ਦੀ ਖੁਦ ਹੀ ਸਾਂਭ ਸੰਭਾਲ ਕਰ ਰਿਹਾ ਸੀ। ਲੋਕਾਂ ਦੇ ਦੱਸਣ ਮੁਤਾਬਕ ਬੇਅੰਤ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਰੇਸ਼ਾਨ ਰਹਿੰਦਾ ਸੀ। ਘਟਨਾ ਸਥਾਨ ਤੋਂ ਮ੍ਰਿਤਕ ਨੌਜਵਾਨ ਵੱਲੋਂ ਆਪਣੀ ਪਤਨੀ ਦੇ ਵਿਛੋੜੇ ਸੰਬੰਧੀ ਦਰਦ ਭਰਿਆ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਥਾਣਾ ਭਗਤਾਂ ਭਾਈ ਦੀ ਪੁਲਿਸ ਮਾਮਲੇ ਦੀ ਹੋਰ ਜਾਂਚ ਪੜਤਾਲ ਕਰ ਰਹੀ ਹੈ। ਪਿੰਡ ਹਮੀਰਗੜ੍ਹ ਦੇ ਵਿੱਚ ਬੇਅੰਤ ਸਿੰਘ ਨਾਂ ਦਾ ਇੱਕ ਵਿਅਕਤੀ ਜਿਹੜਾ ਰਹਿੰਦਾ ਸੀ, ਅੱਜ ਰਾਤ ਉਹਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪ ਵੀ ਖੁਦਕੁਸ਼ੀ ਕਰ ਲਈ। ਮੌਕੇ 'ਤੇ ਆਏ ਉਹਨਾਂ ਦੇ ਇਹਦੇ ਖਿਲਾਫ ਜਿਹੜਾ 302 ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿੰਨੇ ਬੱਚੇ ਸਰ? ਇਹਦੇ 3 ਬੱਚੇ ਸੀ। ਠੀਕ ਹੈ ਜੀ। 2 ਲੜਕੀਆਂ ਇੱਕ ਲੜਕਾ ਸੀ। ਕਾਰਨ ਦਾ ਪਤਾ ਲੱਗਿਆ ਸਰ ਵੀ ਕੀ ਕਾਰਨ ਹੋਇਆ ਜੀ? ਗਰੀਬੀ ਦੇ ਕਾਰਨ ਇਹਦੀ ਨਾ ਵਾਈਫ ਦੀ ਡੈਥ ਹੋ ਗਈ ਸੀ, ਕਹਿੰਦੇ 2 ਮਹੀਨੇ ਪਹਿਲਾਂ ਕੈਂਸਰ ਦੇ ਨਾਲ। ਉਦੋਂ ਦੇ ਅੰਡਰ ਡਿਪਰੈਸ਼ਨ ਸੀਗਾ ਇਹ ਕਹਿੰਦੇ। ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਵੀ ਖੜਕ ਗਈ ਹੈ। ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਜੇਕਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਨਾ ਬੁਲਾਇਆ ਗਿਆ ਤਾਂ ਕਾਂਗਰਸੀ ਲੀਡਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਰੇਲ ਅੰਦੋਲਨ ਬੰਦ ਕਰਨ ਬਾਰੇ ਕੈਪਟਨ ਦੀ ਅਪੀਲ ਠੁਕਰਾ ਕੇ 15 ਅਕਤੂਬਰ ਤੱਕ ਜਾਮ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਧਰ ਕਿਸਾਨਾਂ ਦੇ ਫੈਸਲੇ ਤੋਂ ਖਫਾ ਕੈਪਟਨ ਨੇ ਕਹਿ ਦਿੱਤਾ ਹੈ ਕਿ ਉਹ ਉਹੀ ਕਦਮ ਚੁੱਕਣਗੇ ਜੋ ਕਿਸਾਨਾਂ ਦੇ ਹਿੱਤ ਵਿੱਚ ਚੁੱਕੇ ਜਾਣਾ ਜ਼ਰੂਰੀ ਸਮਝਦੇ ਹਨ। ਉਹਨਾਂ ਕਿਹਾ ਹੈ ਕਿ ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਬਿੱਲਾਂ ਸੰਬੰਧੀ ਲੋੜੀਂਦੀਆਂ ਸੋਧਾਂ ਲਿਆਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਰਹੇ ਹਨ, ਪਰ ਸਰਕਾਰ ਨੂੰ ਕਾਹਲੀ ਵਿੱਚ ਕਦਮ ਚੁੱਕਣ ਲਈ ਮਜਬੂਰ ਕਰਨ ਵਾਸਤੇ ਅਲਟੀਮੇਟਮ ਦੇਣਾ ਕੋਈ ਰਸਤਾ ਨਹੀਂ ਹੈ। ਕੋਰੋਨਾ ਦੀ ਮਹਾਮਾਰੀ ਦੇ ਚਲਦਿਆਂ ਜਿੱਥੇ ਕਰੀਬ 6.5 ਮਹੀਨੇ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਪਿਆ ਹੈ, ਉੱਥੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਸਮੇਤ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਵੱਲੋਂ ਕਰਤਾਰਪੁਰ ਕੋਰੀਡੋਰ ਤੇ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਜਿੱਥੇ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਪਾਸੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਸੰਬੰਧੀ ਐਲਾਨ ਕੀਤਾ ਗਿਆ ਹੈ, ਉੱਥੇ ਭਾਰਤ ਸਰਕਾਰ ਵੀ ਤੁਰੰਤ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ੍ਹੇ। ਸਮੁੱਚੀ ਸੰਗਤ, ਗੁਰੂ ਨਾਨਕ ਨਾਮ ਲੇਵਾ ਸੰਗਤ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਸ਼ਿਪ ਵਰਕਰ ਸਾਹਿਬਾਨ ਅੱਜ ਇਕੱਠੇ ਹੋਏ ਸੀ ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਗੁਰੂ ਕਿਰਪਾ ਕਰਨ ਇਹ ਜਿਹੜਾ ਲਾਂਘਾ 70 ਸਾਲਾਂ ਦੀ ਜਿਹੜੀ ਅਰਦਾਸ ਸੀ ਪਿਛਲੇ ਸਾਲ ਜਿਹੜੀ ਸੁਣੀ ਗਈ ਸੀ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੀ ਕਿ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਜਾ ਕੇ ਲੰਮਾ ਸਮਾਂ ਉਹਨਾਂ ਨੇ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣੀ, ਜਿਹੜਾ ਇਹ ਸੰਦੇਸ਼ ਸੀ, ਉੱਥੇ ਲੰਮਾ ਸਮਾਂ ਆਪਦੇ ਚਰਨ ਉਹਨਾਂ ਨੇ ਪਾਏ ਔਰ ਇਹ ਸੌਕਾ ਦੁਨੀਆ 'ਚ ਦਿੱਤਾ। ਨਾਨਕ ਨਾਮ ਲੇਵਾ ਸੰਗਤ ਦੀ ਸਾਡੀ ਰੋਜ਼ਮर्रा ਦੀ ਅਰਦਾਸ ਰਹਿੰਦੀ ਸੀ ਕਿ ਗੁਰੂ ਕਿਰਪਾ ਕਰਨ ਕਿ ਇਹ ਲਾਂਘਾ ਖੋਲ੍ਹੇ। ਪਿਛਲੇ ਸਾਲ 550 ਸਾਲਾ ਗੁਰਪੁਰਬ ਤੋਂ ਪਹਿਲਾਂ ਬਹੁਤ ਧੂਮ-ਧਾਮ ਨਾਲ, ਸਤਿਕਾਰ ਨਾਲ, ਬੜੇ ਸ਼ਰਧਾ ਨਾਲ, ਬੜੇ ਪਿਆਰ ਨਾਲ ਇਹ ਲਾਂਘਾ ਖੁੱਲਿਆ। ਅੱਜ ਵੀ ਜੇ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਅਰਦਾਸ ਬੇਨਤੀ ਲੈ ਕੇ ਗੁਰੂ ਦੇ ਚਰਨਾਂ 'ਚ ਆਏ ਹਾਂ ਕਿ ਗੁਰੂ ਕਿਰਪਾ ਕਰਨ, ਸਰਕਾਰਾਂ ਨੂੰ ਸਮਤ ਬਖਸ਼ਿਸ਼ ਕਰਨ, ਹਿੰਮਤ ਬਖਸ਼ਿਸ਼ ਕਰਨ ਕਿ ਜਿਹੜਾ, ਕਿਉਂਕਿ ਗੁਰਪੁਰਬ ਫੇਰ ਆ ਰਿਹਾ ਅਗਲੇ ਮਹੀਨੇ ਔਰ ਹਰ ਸੰਗਤ ਦੀ ਦਿਲੋਂ ਬੱਚੇ ਦੀ ਇਹ ਅਰਦਾਸ ਹੈ
ਕਿ ਅਸੀਂ ਕਰਤਾਰਪੁਰ ਸਾਹਿਬ ਜਾ ਸਕੀਏ, ਉਸ ਧਰਤੀ ਨੂੰ ਨਤਮਸਤਕ ਹੋ ਸਕੀਏ ਜਿੱਥੇ ਹੱਤੀ ਬਾਈ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕੀਤੀ ਆ, ਜਿੱਥੇ ਉਹਨਾਂ ਨੇ ਨਾਮ ਜਪਣ ਦੀ ਕਿਰਪਾ ਸੰਗਤਾਂ ਤੇ ਕੀਤੀ ਹੈ ਕਿ ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਉੱਥੇ ਜਾ ਕੇ ਅਸੀਂ ਉਸ ਧਰਤੀ ਨੂੰ ਨਤਮਸਤਕ ਹੋ ਸਕੀਏ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਕੇ ਆ ਸਕੀਏ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਵਿਰੋਧੀ ਬਿੱਲ ਗੈਰ ਸੰਵਿਧਾਨਕ ਅਤੇ ਦੇਸ਼ ਦੇ ਸੰਵਿਧਾਨ ਦੇ ਵੀ ਖਿਲਾਫ ਹਨ। ਇਹ ਪ੍ਰਗਟਾਵਾ ਬੰਗਾ ਵਿਖੇ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕਰਨ ਉਪਰੰਤ ਕੀਤਾ। ਉਨ੍ਹਾਂ ਆਖਿਆ ਕਿ ਖੇਤੀ ਵਿਰੋਧੀ ਬਿੱਲ ਕਿਸਾਨ ਅਤੇ ਕਿਸਾਨੀਅਤ ਦੇ ਜਿੱਥੇ ਖਿਲਾਫ ਹਨ, ਉੱਥੇ ਕਿਸਾਨ ਦੀ ਤਬਾਹੀ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਬਿੱਲਾਂ ਖਿਲਾਫ ਉਹਨਾਂ ਚਿਰ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਸਰਕਾਰ MSP ਅਤੇ ਸਰਕਾਰੀ ਖਰੀਦ ਬਰਕਰਾਰ ਰੱਖਣ ਦਾ ਭਰੋਸਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਨ੍ਹਾਂ ਬਿੱਲਾਂ ਖਿਲਾਫ ਸੰਘਰਸ਼ ਜਾਰੀ ਰਹੇਗਾ ਅਤੇ ਲੋਕਾਂ ਨੂੰ ਅਸੀਂ ਲਾਮਬੱਧ ਵੀ ਕਰਾਂਗੇ ਕਿ ਇਹ ਜਿਹੜਾ ਬਿੱਲ ਹੈ ਇਹ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਹੈ, ਹਿੰਦੁਸਤਾਨ ਦੇ ਸੰਵਿਧਾਨ ਦੇ ਖਿਲਾਫ ਹੈ। ਇਹ ਕਿਸਾਨੀ ਔਰ ਕਿਸਾਨੀਅਤ ਦੇ ਖਿਲਾਫ ਹੈ ਔਰ ਅਸੀਂ ਕਹਿ ਕੇ ਨੇ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਜਾਂ ਇਸ ਕਾਨੂੰਨ ਦੇ ਵਿੱਚ ਸੰਸ਼ੋਧਨ ਨਹੀਂ ਹੁੰਦਾ ਕਿ MSP ਔਰ ਸਰਕਾਰੀ ਖਰੀਦ ਬਰਕਰਾਰ ਰਹੂਗੀ, ਤਦ ਤੱਕ ਅਸੀਂ ਇਹਦੇ ਖਿਲਾਫ ਲਾਮਬੰਦ ਰਵਾਂਗੇ। ਉਹ ਤਾਂ ਮੈਂ ਲੋਕ ਸਭਾ ਚੱਕਿਆ ਸੀਗਾ ਪਹਿਲੇ ਦਿਨ ਜਦੋਂ ਲੋਕ ਸਭਾ ਮਿਲੀ, ਉਸੇ ਦਿਨ ਮੈਂ ਕਿਹਾ ਸੀਗਾ ਕਿ ਜਿਹੜੀ ਸਰਕਾਰੀ ਜ਼ਬਾਨਾਂ ਨੇ ਉਹਨਾਂ 'ਚ ਪੰਜਾਬੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜਿਸ ਦਿਨ ਬਿੱਲ ਆਇਆ ਉਸ ਦਿਨ ਅਸੀਂ ਬਾਈਕਾਟ ਕੀਤਾ ਹੋਇਆ ਸੀਗਾ। ਇਹ ਸੀਗਾ ਵੀ ਨਹੀਂ ਕਿ ਬਈ ਇਹ ਬਿੱਲ ਲੈ ਕੇ ਆਉਣਗੇ, ਪਰ ਉਹਦੇ 'ਚ ਵੀ ਸਾਡੀ ਲੜਾਈ ਜਾਰੀ ਹੈ। ਉਹ ਬਿੱਲ ਆਪਣਾ ਉਹਦੇ ਸੰਸ਼ੋਧਨ ਕਰਾਵਾਂਗੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਾਂ ਤੋਂ 1808 ਤੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਦੇ ਉੱਪਰ ਕਬਜ਼ਾ ਕੀਤਾ ਤਦ ਤੋਂ ਉੱਥੇ ਪੰਜਾਬੀ ਬੋਲੀ ਜਾਂਦੀ ਹੈਗੀ ਹੈ ਔਰ ਇਸ ਲਈ ਜਿਸ ਤਰ੍ਹਾਂ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਪੰਜਾਬੀ ਨੂੰ ਜਿਹੜੀਆਂ ਆਫੀਸ਼ੀਅਲ ਲੈਂਗੁਏਜਸ ਨੇ ਉਸ ਚੋਂ ਕੱਢਿਆ ਹੈਗਾ, ਇਹਦਾ ਅਸੀਂ ਵਿਰੋਧ ਕਰਾਂਗੇ। ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਪਹੁੰਚ ਕੇ ਕਿਸਾਨਾਂ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੰਬੰਧੀ ਅਤੇ ਝੋਨੇ ਦੀ ਫਸਲ ਦੀ ਆਮਦ ਦੇ ਚਲਦਿਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਆਪਣੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਦਿਆਂ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਫਸਲ ਮੰਡੀ ਵਿੱਚ ਲਿਆਉਣ ਵਿੱਚ ਜਲਦਬਾਜ਼ੀ ਨਾ ਕਰਨ। ਕਈ ਕਿਸਾਨ ਜਲਦਬਾਜ਼ੀ ਵਿੱਚ ਹਰੀ ਫਸਲ ਹੀ ਲੈ ਕੇ ਮੰਡੀ ਪਹੁੰਚ ਜਾਂਦੇ ਹਨ, ਜਿਸ ਨਾਲ ਕਿਸਾਨ ਦਾ ਨੁਕਸਾਨ ਹੁੰਦਾ ਹੈ। ਦੇਖੋ, ਇਹ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਹੈ, ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ, ਉਹਨਾਂ ਦੇਖਣਾ ਵੀ ਕੀ ਕਰਨਾ। ਬਾਕੀ ਪਰਿਵਾਰ ਦੇ ਵਿੱਚ ਜਦੋਂ ਰਹਿਣਾ ਹੋਵੇ ਤਾਂ ਫਿਰ ਪਰਿਵਾਰ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਉੱਚੀਆਂ ਨੀਵੀਆਂ ਹੋ ਜਾਂਦੀਆਂ ਨੇ। ਉਹਨਾਂ ਨੂੰ ਬਾਹਰ ਜਾ ਕੇ ਇਹਨਾਂ ਓਪਨਲੀ ਜਿਹੜੀਆਂ ਗੱਲਾਂ ਕਰਨੀਆਂ ਪਰਿਵਾਰ ਪ੍ਰਤੀ, ਉਹ ਪਰਿਵਾਰ ਨੂੰ ਕਿਤੇ ਨਾ ਕਿਤੇ ਢਾਹ ਲਾਉਂਦੀਆਂ ਨੇ। ਕਿਉਂਕਿ ਉਹ ਹਮੇਸ਼ਾ ਕਹਿੰਦੇ ਸੀਗੇ ਅਗਰ ਅਕਾਲੀ ਦਲ ਦਾ ਨਾਤਾ ਤੋੜੇਗੀ BJP ਤਾਂ ਉਹ ਤਾਂ BJP ਵਾਲੇ ਪ੍ਰਚਾਰ ਕਰਦੇ, ਪਰ ਇਹ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਇੰਡੀਵਿਜੂਅਲ ਫੈਸਲਾ ਹੈ ਕਿਉਂਕਿ ਮੇਰਾ ਤਾਂ ਉਹਨਾਂ ਨਾਲ ਕੋਈ ਇੰਨਾ ਤਲਕ ਵਾਸਤਾ ਹੈ ਨਹੀਂ। ਮੈਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਪਾਇਆ ਜਾਂ ਮੈਂ ਤੁਹਾਨੂੰ ਦੱਸ ਸਕਦਾ। ਇਹ ਤਾਂ ਇੰਡੀਵਿਜੂਅਲ ਜ਼ਿਆਦਾ ਗੱਲ ਦੱਸ ਸਕਦੇ ਨੇ। ਜਿਹੜਾ ਪਾਰਟੀ ਲੈਵਲ ਦੀ ਗੱਲ ਹੈ ਉਹ ਪਾਰਟੀ ਹਾਈ ਕਮਾਂਡ ਬੈਠੀ ਹੈ, ਸੁਨੀਲ ਜਾਖੜ ਜੀ ਨੇ, ਕੈਪਟਨ ਸਾਹਿਬ ਨੇ, ਹਰੀਸ਼ ਰਾਵਤ ਜੀ ਨੇ, ਉਹਨਾਂ ਦੇਖਣਾ ਆ। ਪਰ ਮੈਂ ਇਹੀ ਕਹੂੰਗਾ ਕਿ ਜਦੋਂ ਪਰਿਵਾਰਾਂ ਦੇ ਵਿੱਚ ਰਹਿਣਾ ਹੋਵੇ, ਪਰਿਵਾਰ ਨੂੰ ਜੇ ਬਾਹਰ ਜਾ ਕੇ ਓਪਨਲੀ ਭੰਡੋਗੇ, ਆਪਣਾ ਹੀ ਜੀ ਭੰਡਣ ਲੱਗ ਜੇ ਤਾਂ ਪਰਿਵਾਰ ਦਾ ਨੁਕਸਾਨ ਹੁੰਦਾ। ਕਿਉਂਕਿ ਜੋ ਸਾਸ ਦੇ ਨਾਲ ਲਗਾਈਆਂ ਜਾ ਰਹੀ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਕੀਤੀ ਕਿ ਸ਼ਾਇਦ ਪ੍ਰਧਾਨਮੰਤਰੀ ਦੇ ਵਿੱਚ ਕੀਤੀ ਜਾ ਸਕਦੀ ਸੀ ਜਾਂ ਡਿਪਟੀ CM। ਕਿਆ ਲੱਗਦਾ ਕਿ ਰੋੜੇ ਕਰਾਰੇ ਗਏ? ਦੇਖੋ, ਪਾਰਟੀ ਦੇ ਵਿੱਚ ਤਾਂ ਕੁਝ ਵੀ ਕੀਤਾ ਜਾ ਸਕਦਾ, ਪਾਰਟੀ ਦੀ ਮਰਜ਼ੀ ਆ, ਪਾਰਟੀ ਨੇ ਕਿਹਨੂੰ ਕਿੱਥੇ ਰੱਖਣਾ ਆ। ਬਾਕੀ ਜਿੱਦਾਂ ਹੁਣ ਜ਼ਿੰਮੇਵਾਰੀਆਂ ਦੀ ਗੱਲ ਹੈ, ਉਹ ਕਾਂਗਰਸ ਹਾਈ ਕਮਾਂਡ ਦੀ ਮਰਜ਼ੀ ਹੈ, ਪਰ ਆਪਣਾ ਜਿਹੜਾ ਆਪਣਾ ਪੱਖ ਆ ਉਹ ਸਹੀ ਰੱਖਣਾ ਚਾਹੀਦਾ ਹੈ। ਆਪਣਾ ਪੱਖ ਪਾਰਟੀ ਨੂੰ ਵੀ ਨੁਕਸਾਨ ਨਾ ਹੋਵੇ। ਆਪਣੀ ਗੱਲ ਜਿਹੜੀ ਰੱਖਣੀ ਆ, ਹਰੀਸ਼ ਰਾਵਤ ਜੀ ਤੁਹਾਡੇ ਘਰੇ ਗਏ ਨੇ, ਸਭ ਕੁਝ ਤੁਸੀਂ ਉਹਨਾਂ ਅੱਗੇ ਰੱਖ ਸਕਦੇ ਜੇ। ਤੁਸੀਂ ਆਪਣੀ ਤੁਹਾਡੀ ਸਭ ਤੋਂ ਵਧੀਆ ਰਿਲੇਸ਼ਨ ਰਾਹੁਲ ਗਾਂਧੀ ਜੀ ਨਾਲ, ਪ੍ਰਿੰਕਾ ਜੀ ਗਾਂਧੀ ਜੀ ਨਾਲ, ਉਹਨਾਂ ਨਾਲ ਰੱਖ ਸਕਦੇ। ਜਿੱਥੇ ਪਾਰਟੀ ਡੈਮੇਜ ਹੁੰਦੀ ਪਬਲਿਕਲੀ, ਉਹਨੇ ਕਰਨੀ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਵੱਲੋਂ ਟੋਲ ਪਲਾਜ਼ਿਆਂ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਦੂਜੇ ਦਿਨ ਜਾਰੀ ਰਿਹਾ, ਜਿੱਥੇ ਤੋੜ-ਫੋੜ ਦੀ ਖਬਰ ਵੀ ਸਾਹਮਣੇ ਆਈ ਹੈ। ਪਟਿਆਲਾ ਦੇ ਰਾਜਪੁਰਾ ਵਿੱਚ ਵੀ ਕਿਸਾਨ ਟੋਲ ਪਲਾਜ਼ਾ ਤੇ ਡਟੇ ਹੋਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਬਰਨਾਲਾ ਵਿੱਚ ਵੀ ਕਿਸਾਨ ਟੋਲ ਪਲਾਜ਼ਿਆਂ ਤੇ ਧਰਨੇ ਦੇ ਰਹੇ ਹਨ। ਸਾਰੇ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਕਿਸਾਨ ਵਾਹਨਾਂ ਨੂੰ ਬਿਨਾਂ ਫੀਸ ਦੇ ਲੰਘਣ ਦਿੱਤਾ ਗਿਆ। ਥਾਂ-ਥਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਰੇਲ ਟਰੈਕ ਤੋਂ ਬਾਅਦ ਹੁਣ ਟੋਲ ਪਲਾਜ਼ੇ ਤੇ ਧਰਨੇ ਦੇ ਕੇ ਸੰਚਾਲਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਜ਼ਿਆਦਾਤਰ ਟੋਲ ਪਲਾਜ਼ਿਆਂ ਤੇ ਗੱਡੀਆਂ ਤੋਂ ਫੀਸ ਨਹੀਂ ਲੈਣ ਦਿੱਤੀ ਜਾ ਰਹੀ। ਇਸ ਨਾਲ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਕੁਝ ਟੋਲ ਬੈਰੀਅਰਾਂ ਤੇ 3-4 ਦਿਨ ਤੋਂ ਅਜਿਹਾ ਹੀ ਚੱਲ ਰਿਹਾ ਹੈ। ਹਾਲਾਂਕਿ ਹਾਈਵੇ ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।
ਪਹਿਲਾਂ ਵੀ ਸ਼ੀਸ਼ੇ ਭੰਨੇ ਅੱਜ ਤੇ ਪਹਿਲਾਂ ਨਹੀਂ ਸ਼ੀਸ਼ੇ ਭੰਨੇ ਤੁਸੀਂ ਹੁਣ ਜਥੇਬੰਦੀਆਂ ਆ ਗਈਆਂ ਤੁਸੀਂ ਗੁੱਸੇ ਦੀ ਗੱਲ ਨਹੀਂ ਗੁੱਸੇ ਨੂੰ ਕੰਟਰੋਲ ਵੀ ਕਰਨਾ ਪੈਂਦਾ ਮੇਰੀ ਇਹ ਗੱਲ ਸੁਣੋ ਸਾਨੂੰ ਮਹੀਨਾ ਹੋ ਗਿਆ ਉਹਦੇ ਫਾਇਦਿਆਂ ਨੂੰ ਇੱਕ ਬੰਦਾ ਆ ਗਿਆ ਇੱਕ ਦਿਨ ਚ ਗੱਲ ਸੌਖੇ ਆ ਇੱਥੇ ਕਿਸੇ ਨੂੰ ਅਸੀਂ ਤਿੰਨਾਂ ਮਹੀਨਿਆਂ ਸ਼ੀਸ਼ੇ ਭੰਨੂਗੇ ਤੂੰ ਨਹੀਂ ਤੁਹਾਨੂੰ ਧੱਕਾ ਹੋ ਰਿਹਾ ਕਿੰਨੇ ਮਜ਼ਾਰੇ ਚ ਗਏ ਤੁਸੀਂ ਸ਼ੀਸ਼ੇ ਭੰਨ ਕੇ ਧੱਕਾ ਹੋਣਾ ਮਜ਼ਾਰੇ ਚ ਗਏ ਪ੍ਰਸ਼ਾਸਨ ਦੇ ਖਿਲਾਫ ਹੋ ਜਾਣਾ ਆਪਣੇ ਲਿਆਓ 500 ਬੰਦਾ ਰਿਹਾ ਕਰ ਲਿਆਓ ਦੇਖੋ ਜੀ ਅਸੀਂ ਗੱਲ ਹੋਵੇ ਤੇ ਮੇਰੇ ਕੰਟਰੋਲ 'ਚ ਚੱਲਦਾ ਮੈਂ ਕਿਸੇ ਨੂੰ ਤੇ ਕਿਉਂ ਨਹੀਂ ਕਰਨ ਦੇਣੀ ਮੇਰਾ ਕੰਟਰੋਲ ਚੱਲ ਰਿਹਾ ਇੱਥੇ ਕੀ ਬੰਦੇ ਲਿਆ ਜਾ ਲਿਆ 1000 ਬੰਦਾ 1000 ਬੰਦਾ ਲਿਆ ਜਾ ਬਸ ਅਸੀਂ ਨਹੀਂ ਸੁਣਨੀ ਜੀ ਆ ਜਾ ਜੀ ਆ ਜਾ ਸਾਡਾ ਨਹੀਂ ਕੋਈ ਗੱਲ ਸ਼ੀਸ਼ੇ ਨਾ ਨਹੀਂ ਭਾਜੇ ਭਾਜੜੇ ਇੱਕ ਮਿੰਟ ਗੱਲ ਸੁਣ ਮੇਰੀ ਹਾਂ ਬੋਲੋ ਉਹ ਕੰਮ ਕਰਨਾ ਹੀ ਨਹੀਂ ਇਹ ਕੰਮ ਕਿਉਂ ਕਰੀਏ ਖਿਲਾਫ ਬੋਲੀ ਜਾ ਖਿਲਾਫ ਮੇਰੇ ਰਿਸ਼ਤੇਦਾਰ ਸਾਰੇ ਪਿੰਡ ਆਪਣੇ ਉਹ ਲਿਆ ਮੇਰਾ 100 ਬੰਦਾ ਉਹ ਲਿਆ ਇੱਥੇ ਕਿ ਲਿਆ ਕੇ ਬਿਠਾ ਲਓ ਇੱਥੇ 500 ਬੰਦਾ ਉਹ ਲਿਆ ਤੁਸੀਂ ਕਿਸਾਨ ਬੰਦੇ ਲਿਆ ਤੂੰ ਛੱਡ ਮੇਰੇ ਨਹੀਂ ਦੇਖੋ ਸਰਦਾਰ ਜੀ ਸਾਤੋਂ ਦਾ 500 ਆਉਂਦਾ ਨਹੀਂ ਅਸੀਂ ਕਿਸੇ ਦਾ 40 ਸਾਲ ਹੋ ਗਏ ਜਥੇਬੰਦੀ ਦੇ ਕੰਮ ਕਰਦੇ ਸ਼ਾਂਤੀਪੂਰਨ ਹਾਂ ਅਸੀਂ ਸ਼ਾਂਤੀਪੂਰਨ ਆ ਫੇ ਤੂੰ ਤਾਂ ਕਹਿੰਦਾ ਮੈਂ ਸ਼ੀਸ਼ੇ ਭੰਨਣੇ ਆ ਨਹੀਂ ਤੂੰ ਸਪੀਕਰ 'ਚ ਬੋਲੇ ਆ ਇਹ ਸਾਰਾ ਤੈਨੂੰ ਪੰਜਾਬੀ ਤੇ ਮੈਂ ਦੱਸਦਾ ਹਾਂ ਇਹ ਤਾਂ ਬੰਦੇ ਜੋ ਚੱਲ ਰਿਹਾ ਦੋ ਧਰਨੇ ਹੋ ਰਹੇ ਸ਼ਾਂਤੀਪੂਰ ਕਰਦੇ ਆ ਸਾਡਾ ਮੋਰਚਾ ਇੱਥੇ ਸਵੇਰ ਦੇ ਸਾਡੇ ਮੈਂ ਅਸੀਂ ਨਹੀਂ ਕੁਝ ਵੀ ਦੇਖਣਾ ਨਾਮ ਪਤਾ ਪੁੱਛੋ ਧੱਕਾ ਯਾਰ ਤੂੰ ਸਾਰਿਆਂ ਨੂੰ ਗੁੱਸਾ ਆ ਧੱਕਾ ਮੈਂ ਨਹੀਂ ਹੁੰਦਾ ਕਿਸਾਨਾਂ ਨਾਲ ਤੁਸੀਂ ਕੌਣ ਚਾਚਾ ਜੀ ਆਇਓ ਛੱਡੋ ਉਹਨੂੰ ਭਾਈ ਠੀਕ ਹੈ ਨਹੀਂ ਭਾਜੀ ਛੱਡ ਦਿਓ ਇਹਨੂੰ ਚਾਚਾ ਲੈਣ ਦਿਓ ਛੱਡ ਦਿਓ ਵੀ ਜਿੰਨਾ ਆਪਣਾ ਵਿਅਕਤੀ ਥੋੜੀ ਕੋ ਵੱਡਾ ਹੁੰਦਾ ਜਦੇ ਵਧੀਆ ਵੱਡੀਆਂ ਹੁੰਦੀਆਂ ਭਾਜੀ। ਕੇਂਦਰੀ ਨਾਗਰਿਕ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਕਤੂਬਰ ਮਹੀਨੇ ਦੇ ਅੰਤ ਤੱਕ ਹਵਾਈ ਯਾਤਰੀਆਂ ਦੀ ਗਿਣਤੀ 2 ਲੱਖ ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ। ਉਹਨਾਂ ਨੇ ਦੀਵਾਲੀ ਤੋਂ ਸਾਲ ਦੇ ਅਖੀਰ ਤੱਕ ਘਰੇਲੂ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ 3 ਲੱਖ ਤੱਕ ਪਹੁੰਚਣ ਦੀ ਉਮੀਦ ਪ੍ਰਗਟਾਈ ਹੈ। ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ 2 ਤੇ 3 ਅਕਤੂਬਰ ਨੂੰ ਰੋਜ਼ਾਨਾ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 1,76,000 ਦੇ ਕੋਲ ਸੀ। ਦੀਵਾਲੀ ਤੇ ਸਾਲ ਦੇ ਅੰਤ ਵਿਚਕਾਰ ਪ੍ਰਤੀ ਦਿਨ 3 ਲੱਖ ਯਾਤਰੀ ਹਵਾਈ ਯਾਤਰਾ ਕਰਨਗੇ। ਮਾਰਚ ਵਿੱਚ ਕੋਰੋਨਾ ਸੰਕਰਮਣ ਦੀ ਸ਼ੁਰੂਆਤ ਦੇ ਬਾਅਦ ਹਵਾਈ ਯਾਤਰਾ ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਸੀ। ਇਸ ਦੇ ਕੁਝ ਮਹੀਨੇ ਬਾਅਦ ਘਰੇਲੂ ਯਾਤਰਾ ਲਈ ਮਨਜ਼ੂਰੀ ਦਿੱਤੀ ਗਈ, ਪਰ ਵਿਦੇਸ਼ ਯਾਤਰਾ ਤੇ ਅਜੇ ਵੀ ਪਾਬੰਦੀ ਲੱਗੀ ਹੈ। ਮੋਗਾ ਥਾਣਾ ਸਦਰ ਨੇ ਟਕਸਾਲੀ ਕਾਂਗਰਸੀ ਸਰਪੰਚ ਖਿਲਾਫ ਆਪਣੇ ਖੇਤ ਵਿੱਚੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਦਰ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਉੱਤੇ ਗੁਰਵਿੰਦਰ ਸਿੰਘ ਸਰਪੰਚ ਪਿੰਡ ਸੋਸਨ, ਬਲਕਾਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਪਿੰਡ ਡਰੌਲੀ ਭਾਈ ਖਿਲਾਫ ਕੇਸ ਦਰਜ ਕਰਕੇ ਸਰਪੰਚ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ 2 ਟਰੈਕਟਰ ਟਰਾਲੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ ਹਨ। ਦੂਜੇ ਪਾਸੇ ਸਰਪੰਚ ਗੁਰਵਿੰਦਰ ਸਿੰਘ ਨੇ ਇਸ ਨੂੰ ਨਿਰੋਲ ਸਿਆਸੀ ਕਿੜ ਕਰਾਰ ਦਿੱਤਾ ਹੈ। ਕੱਲ ਰਾਤੀ ਆਪਣੇ ਏਐਸਆਈ ਬਲਵਿੰਦਰ ਸਿੰਘ, ਏਐਸਆਈ ਜਸਵਿੰਦਰ ਸਿੰਘ ਤੇ ਏਐਸਆਈ ਬਲਵਿੰਦਰ ਸਿੰਘ ਇਹ ਗਸ਼ਤ ਦੇ ਸੰਬੰਧ ਵਿੱਚ ਪਿੰਡ ਸੋਸਨ ਗੁਰਦੁਆਰਾ ਸਾਹਿਬ ਦੇ ਪਾਸ ਮੌਜੂਦ ਸੀਗੇ। ਤਾਂ ਉੱਥੇ ਮੁਖਬਰ ਖਾਸ ਨੇ ਇੱਕ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਸਰਪੰਚ ਸੋਸਨ ਸਨ ਆਫ ਹਰਭਜਨ ਸਿੰਘ, ਬਲਕਾਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਂ ਡਰੋਲੀ ਭਾਈ ਨਾਲ ਮਿਲ ਕੇ ਆਪਣੀ ਜ਼ਮੀਨ ਦੇ ਵਿੱਚੋਂ ਨਜਾਇਜ਼ ਮਾਈਨਿੰਗ ਕਰ ਰਿਹਾ ਹੈਗਾ, ਜਿਸ ਤੇ ਇਹਨਾਂ ਨੇ ਮੌਕੇ ਤੇ ਜਾ ਕੇ ਰੇਡ ਕੀਤੀ, ਜਿੱਥੇ ਉਹ ਟਰੈਕਟਰ ਛੱਡ ਕੇ ਆਪਣਾ ਬਲਕਾਰ ਸਿੰਘ ਤੇ ਗੁਰਪ੍ਰੀਤ ਸਿੰਘ ਆਪਣਾ ਟਰੈਕਟਰਾਂ ਨੂੰ ਛੱਡ ਕੇ ਭੱਜ ਗਏ। ਪਰ ਗੁਰਵਿੰਦਰ ਸਿੰਘ ਸਰਪੰਚ ਸੋਸਨ ਮੌਕੇ ਤੇ ਮੌਜੂਦ ਮਿਲਿਆ, ਜਿਸ ਨੂੰ ਗ੍ਰਿਫਤਾਰ ਕਰਕੇ ਕਦੋਂ ਪਤਾ ਚੱਲ ਰਿਹਾ ਸੀ ਖੱਡਾ ਕੁਝ ਪਤਾ ਲੱਗਿਆ ਸਰ? ਇਹ ਖੱਡਾ ਪਹਿਲਾਂ ਸੁਣਨ 'ਚ ਆਇਆ ਸੀ ਵੀ ਪਹਿਲਾਂ ਚੱਲਦਾ ਸੀ ਇਹਨਾਂ ਦਾ, ਪਹਿਲਾਂ ਕੋਈ ਪਰਚਾ ਹੋਇਆ ਸੀਗਾ, ਬੰਦ ਹੋ ਗਿਆ ਸੀ ਤੇ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਫੇਰ ਦੁਬਾਰਾ ਚੱਲ ਪਿਆ। ਪਹਿਲਾਂ ਵੀ ਇਸ ਤੇ ਪਰਚਾ ਦਰਜ ਹੈ? ਸੁਣਨ 'ਚ ਆਇਆ, ਮੈਂ ਕਨਫਰਮ ਨਹੀਂ ਦੱਸ ਸਕਦਾ ਹਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸਾਲ ਆ ਰਹੇ 100 ਸਾਲਾ ਸਥਾਪਨਾ ਦਿਵਸ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਸੰਬੰਧ ਵਿੱਚ 15 ਨਵੰਬਰ ਨੂੰ ਵਿਸ਼ੇਸ਼ ਸਮਾਗਮ ਕਰਨ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਅਗਲਾ ਪੂਰਾ ਸਾਲ ਇਸ ਸ਼ਤਾਬਦੀ ਨੂੰ ਸਮਰਪਿਤ ਕਰਕੇ ਵੱਖ-ਵੱਖ ਸਮਾਗਮ ਵੀ ਕੀਤੇ ਜਾਣਗੇ। ਇਸ ਸੰਬੰਧ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਸ਼ਤਾਬਦੀ ਕਮੇਟੀ ਦੀ ਅੱਜ ਹੋਈ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ 13 ਨਵੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ, ਜਿਸ ਦਾ ਭੋਗ 15 ਨਵੰਬਰ ਨੂੰ ਪਵੇਗਾ। ਇਸ ਮਗਰੋਂ ਮੁੱਖ ਸਮਾਗਮ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ।
ਉੱਥੇ ਹੀ ਅੰਤਰਿਮ ਕਮੇਟੀ ਦੇ ਮੈਂਬਰਾਂ ਵੱਲੋਂ ਪਛਤਾਤਾਪ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਦੇ ਸੰਬੰਧੀ ਅੱਜ ਦੂਜੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਅਹੁਦੇਦਾਰਾਂ ਵੱਲੋਂ ਸਾਰਾਗੜ੍ਹੀ ਸਰਾਂ ਤੋਂ ਘੰਟਾ ਘਰ ਤੱਕ ਝਾੜੂ ਦੀ ਸੇਵਾ ਕੀਤੀ ਗਈ। ਸੋ ਅੱਜ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਡੀ ਮੌਜੂਦਾ ਅਹੁਦੇਦਾਰ ਤੇ ਅੰਤਰਿਮ ਕਮੇਟੀ ਮੈਂਬਰਾਂ ਵੱਲੋਂ ਜੋ ਅੱਜ ਤੋਂ ਕੋਈ 5 ਸਾਲ ਪਹਿਲਾਂ 2016 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰਦੁਆਰਾ ਰਾਮਸਰ ਵਿਖੇ ਜੋ ਜਿੱਥੇ ਸਾਡੀ ਪ੍ਰਿੰਟਿੰਗ ਪ੍ਰੈਸ ਲੱਗੀ ਹੈ ਉੱਥੇ ਕੁਝ ਅਗਨ ਭੇਟ ਹੋਏ ਸਨ, ਨੁਕਸਾਨੇ ਗਏ ਸਨ ਤੇ ਉਸ ਸਮੇਂ ਭਾਵੇਂ ਜਿਹੜੀ ਸੀ ਪਛਤਾਤਾਪ ਨਹੀਂ ਕੀਤਾ ਗਿਆ ਅੰਤਰ ਕਮੇਟੀ ਨੂੰ, ਲੇਕਿਨ ਸਾਨੂੰ ਜੋ ਹਦਾਇਤ ਹੋਈ ਹੈ, ਜੋ ਆਦੇਸ਼ ਹੋਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਕਿਉਂਕਿ ਭਾਵੇਂ ਉਹਨਾਂ ਨੇ ਸਾਨੂੰ ਬੁਲਾਇਆ ਨਹੀਂ ਗਿਆ ਸੀ ਲੇਕਿਨ ਫਿਰ ਵੀ ਅਸੀਂ ਆਪਣੀ ਡਿਊਟੀ ਸਮਝਦੇ ਹੋਏ, ਆਪਣੇ ਫਰਜ਼ ਸਮਝਦੇ ਹੋਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਨਾਲ ਇਹ ਸੰਬੰਧਿਤ ਮਾਮਲਾ ਸੀ, ਇਹਦੇ ਲਈ ਔਰ ਮੈਂ ਸਮਝਦਾ ਕਿ ਸਾਡੇ ਸਾਰਿਆਂ ਦੇ ਉੱਤੇ ਇੱਕ ਬੋਝ ਸੀ। ਅਸੀਂ ਜਾ ਕੇ ਅਰਦਾਸ ਬੇਨਤੀ ਕੀਤੀ ਗੁਰੂ ਦੇ ਅੱਗੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬੇਨਤੀ ਕੀਤੀ। ਸਾਰੀ ਸੰਗਤਾਂ ਤੋਂ, ਸਮੁੱਚੀ ਕੌਮ ਤੋਂ ਖਿਮਾ ਜਾਚਨਾ ਜਿਹੜੀ ਸੀ ਅਸੀਂ ਮੰਗੀ ਹੈ। ਸੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੇ ਸਾਨੂੰ ਆਦੇਸ਼ ਕੀਤਾ ਕਿ ਇੱਕ ਤਾਂ ਗੁਰਦੁਆਰਾ ਰਾਮਸਰ ਵਿਖੇ ਜਿੱਥੇ ਪਾਵਨ ਸਰੂਪ ਅਗਨ ਭੇਟ ਹੋਏ ਸਨ ਉੱਥੇ ਪਛਤਾਤਾਪ ਦੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਵੇ ਔਰ ਦੂਸਰਾ ਅਖੰਡ ਪਾਠ ਸ੍ਰੀ ਅਕਾਲ ਤਖ਼ਤ ਸਾਹਿਬ ਕਰਾਇਆ ਜਾਵੇ। ਉਹ ਕੱਲ੍ਹ ਭੋਗ ਪਏ ਨੇ, ਅੱਜ ਕੱਲ੍ਹ ਸ੍ਰੀ ਅਖੰਡ ਪਾਠ ਅਕਾਲ ਤਖ਼ਤ ਸਾਹਿਬ ਦੇ ਪ੍ਰਾਰੰਭ ਹੋਏ ਔਰ ਨਾਲ ਦੀ ਨਾਲ ਸਾਨੂੰ 3 ਦਿਨ ਸੇਵਾ ਕਰਨ ਦਾ ਵੀ ਜਿਹੜਾ ਉਹਨਾਂ ਨੇ ਦੇਸ਼ ਦਿੱਤਾ ਸੀ। ਅੱਜ ਸਾਰੀ ਸਮੁੱਚੀ ਅੰਤਰ ਕਮੇਟੀ ਜਿਹੜੀ ਹੈ, ਸਾਡੇ ਅਹੁਦੇਦਾਰ ਸਾਰੇ ਅਸੀਂ ਕੱਲ੍ਹ ਵੀ ਸੇਵਾ ਕੀਤੀ ਹੈ, ਅੱਜ ਵੀ ਜਿਹੜੀ ਹੈ ਸੁਬਾਹ ਤੋਂ ਲਾ ਕੇ ਅਸੀਂ ਜਿਹੜਾ ਸਾਨੂੰ ਉਦੇਸ਼ ਹੋਇਆ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਸੀਂ ਜਿਹੜੀ ਹੈ ਝਾੜੂ ਦੀ ਸੇਵਾ ਕੀਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਵਜੀਫਾ ਘੁਟਾਲਾ ਅਤੇ ਖੇਤੀ ਕਾਨੂੰਨਾਂ ਬਾਰੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਨਾ ਸੱਦਣ ਖਿਲਾਫ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ। ਧਰਨੇ ਪ੍ਰਦਰਸ਼ਨ ਦੀ ਅਗਵਾਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕੀਤੀ। ਆਪ ਵਿਧਾਇਕ ਅਤੇ ਮੋਹਾਲੀ ਜ਼ਿਲ੍ਹੇ ਦੇ ਆਗੂ ਅਤੇ ਵਲੰਟੀਅਰ ਅੱਜ ਸਵੇਰੇ 11 ਵਜੇ ਹੀ ਬਲਾਕ ਮਾਜਰੀ ਅਧੀਨ ਆਉਂਦੇ ਮਾਜਰਾ ਟੀ ਪੁਆਇੰਟ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ 12 ਵਜੇ ਆਪ ਵਲੰਟੀਅਰਾਂ ਦੀ ਵੱਡੀ ਭੀੜ ਵੱਧ ਗਈ। ਇਸ ਦੌਰਾਨ ਜਿਵੇਂ ਹੀ ਸ਼੍ਰੀ ਚੀਮਾ ਦੀ ਅਗਵਾਈ ਹੇਠ ਆਪ ਵਿਧਾਇਕਾਂ, ਸਥਾਨਕ ਆਗੂਆਂ ਅਤੇ ਵਲੰਟੀਅਰਾਂ ਨੇ ਸਿਸਵਾ ਦੀਆਂ ਪਹਾੜੀਆਂ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਕੂਚ ਕੀਤਾ ਤਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਢੱਕ ਲਿਆ, ਜਿਸ ਕਾਰਨ ਉਹ ਸੜਕ ਤੇ ਧਰਨਾ ਲਗਾ ਕੇ ਬੈਠ ਗਏ। ਜਦੋਂ ਤੱਕ ਇਹ ਸਕੈਮ ਨੰਗਾ ਨਹੀਂ ਹੁੰਦਾ, ਜਦੋਂ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ, ਜਦੋਂ ਤੱਕ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਪਰਚੇ ਨਹੀਂ ਹੁੰਦੇ, ਜਦੋਂ ਤੱਕ ਇਹ ਰਕਮ ਜਿਹੜਾ 1200 ਕਰੋੜ ਰੁਪਇਆ ਉਦੋਂ ਸੀਗਾ 64 ਕਰੋੜ ਰੁਪਇਆ ਹੋਣਾ, ਜਦੋਂ ਤੱਕ ਰਿਕਵਰ ਨਹੀਂ ਹੁੰਦਾ, ਦੋਸ਼ੀ ਜੇਲ੍ਹ 'ਚ ਨਹੀਂ ਜਾਂਦੇ, ਮੰਤਰੀ ਅਸਤੀਫਾ ਨਹੀਂ ਦਿੰਦੇ ਹੈਗੇ, ਆਮ ਆਦਮੀ ਪਾਰਟੀ ਜਿਹੜਾ ਵੀ ਸੰਗਠਨ, ਜਿਹੜਾ ਵੀ ਸੰਤ ਸਮਾਜ ਸੰਘਰਸ਼ ਕਰੂਗਾ ਅਸੀਂ ਉਹਦੇ ਨਾਲ ਡਟ ਕੇ ਖੜਾਂਗੇ। 10 ਨੂੰ ਬਿਲਕੁਲ ਡਾਇਰੈਕਟਲੀ ਭਾਗ ਲਵਾਂਗੇ। ਉਦੋਂ ਵੀ ਜਦੋਂ ਵੀ ਉਹਨਾਂ ਸੱਦਾ ਆਊਗਾ ਅਸੀਂ ਓਪਨਲੀ ਉਹਨਾਂ ਸੰਸਥਾਵਾਂ ਦੇ ਨਾਲ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।